फतेह। विघ्न विनाशन सोए। चौपई जस्सा सिंह फिर को समझाया, आवण जान सो है यह माया। वाहिगुरु जी का खालसा, वाहिगुरु जी की फतेह। गुरु की साजी, गुरु की निवाजी, गुरु की प्यारी, गुरु की पर उपकारी साध संगत जीओ भागे हो। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਸੰਧਿਆ ਸਮੇਂ ਸੁਨੇ ਰਹਿ ਰਾਸ, ਹਰ ਹਰ ਕੀਰਤਨ ਕਥਾ ਹਰ ਜਾਸ। ਪਹਿਲਾਂ ਆਪ ਜੀ ਨੇ ਸੋਦਰ ਦੀ ਬਾਣੀ ਸੁਣੀ ਹੈ, ਫਿਰ ਕੀਰਤਨ ਸੁਣਿਆ ਹੈ। ਹੁਣ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਸੁਭਾਈਮਾਨ ਹੋ। ਇਹ ਉਹ ਸਾਡੇ ਵੱਡਿਆਂ ਦਾ ਇਤਿਹਾਸ ਹੈ, ਜੋ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਅਸੀਂ ਨਿਸ਼ਾਨ ਸਾਹਿਬਾਂ ਨੂੰ ਮੱਥੇ ਨਾ ਟੇਕਦੇ ਹੁੰਦੇ। ਅੱਜ ਜਿਸ ਧਰਤੀ ਤੇ ਬੈਠੇ ਹਾਂ, ਉਸ ਧਰਤੀ ਤੇ ਅਸੀਂ ਬੈਠੇ ਨਾ ਹੁੰਦੇ। ਉਹਨਾਂ ਨੇ ਗੁਰਧਾਮਾਂ ਨੂੰ ਆਜ਼ਾਦ ਨਾ ਕਰਾਇਆ ਹੁੰਦਾ ਤੇ ਇਹਨਾਂ ਗੁਰਧਾਮਾਂ ਦੇ ਵਿੱਚ ਆਪਾਂ ਬੈਠੇ ਨਾ ਹੁੰਦੇ। ਸਾਡੀ ਦਸ਼ਾ ਜਿਹੜੀ ਸੀ ਕੁਝ ਹੋਰ ਹੋਣੀ ਸੀ। ਸੋ ਇਹ ਇਹਨਾਂ ਵੱਡਿਆਂ ਵਡੇਰਿਆਂ ਦਾ ਪਰ ਉਪਕਾਰ ਹੈ। ਬਾਣੀਆਂ ਕਹਾਣੀਆਂ ਪੁੱਤ ਸੋ ਪੁੱਤ ਕਰੇ। ਜਿਹੜੀਆਂ ਵੱਡਿਆਂ ਦੀਆਂ ਕਹਾਣੀਆਂ ਨੇ ਨਾ, ਉਹ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ। ਤੇ ਫਿਰ ਇਹ ਪੀੜ੍ਹੀ ਦਰ ਪੀੜ੍ਹੀ ਜਦੋਂ ਸੁਣਦੇ ਚੱਲਾਂਗੇ ਤੇ ਜੀਵਨ ਜਿਹੜਾ ਹੈ ਉਹ ਪਲਟਦਾ ਜਾਵੇਗਾ। ਇਹ ਮਰਿਆਦਾ ਹੈ ਗੁਰੂ ਘਰ ਦੀ, ਸਦੀਆਂ ਤੋਂ ਚੱਲੀ ਆ ਰਹੀ। ਸਵੇਰ ਨੂੰ ਗੁਰਬਾਣੀ ਦੀ ਕਥਾ ਤੇ ਸ਼ਾਮ ਨੂੰ ਜਿਹੜੀ ਹੈ ਇਤਿਹਾਸ, ਉਹ ਗੁਰੂ ਸਾਹਿਬਾਨਾਂ ਦਾ ਹੋਵੇ ਜਾਂ ਫਿਰ ਉਹ 18ਵੀਂ ਸਦੀ ਦੇ ਸਿੰਘਾਂ ਦਾ ਜੋ ਤੁਸੀਂ ਸਰਵਣ ਕਰ ਰਹੇ ਹੋ ਉਹ ਹੋਵੇ। ਉਹ ਹੋਣੀ ਲਾਜ਼ਮੀ ਹੈ। ਤਨਖਾਹਨਾਮਿਆਂ ਦੇ ਵਿੱਚ ਵੀ ਇਹ ਬਚਨ ਆਏ ਹਨ। ਦੋ ਸਮੇਂ ਕਥਾ ਹੋਣੀ ਲਾਜ਼ਮੀ ਹੈ, ਤਾਂ ਜੋ ਸਾਡੀਆਂ ਪੀੜ੍ਹੀਆਂ, ਸਾਡੇ ਬੱਚੇ ਜਿਹੜੇ ਨੇ ਆਪਣੇ ਕਿੱਤੇ ਦੇ ਨਾਲ, ਆਪਣੇ ਧਰਮ ਦੇ ਨਾਲ, ਆਪਣੇ ਮਜ਼ਹਬ ਦੇ ਨਾਲ ਜਿਹੜੇ ਨੇ ਉਹ ਜੁੜੇ ਰਹਿਣ। ਸਰਦਾਰ ਜੱਸਾ ਸਿੰਘ ਜੀ ਮਾਲੀ ਸਿੰਘ ਜੀ ਉਹਨਾਂ ਨੂੰ ਬੜਾ ਸਮਝਾ ਰਹੇ ਸਨ। ਕਾਰਨ ਕੀ ਬਣਿਆ? ਕਸੂਰ ਫਤਿਹ ਕਰ ਲਿਆ ਸਿੰਘਾਂ ਨੇ। ਦਿਲੇ ਰਾਮ ਦੀ ਇੱਕ ਹਵੇਲੀ ਸੀ। ਇਹ ਦਿਲੇ ਰਾਮ ਬੇਗਮ ਦਾ ਦੀਵਾਨ ਸੀ ਦਿੱਲੀ ਦੀ। ਇਹਨੇ ਸਾਰਾ ਮਾਲ ਮੱਤਾ ਉੱਥੋਂ 2 ਨੰਬਰ ਦਾ ਇਕੱਠਾ ਕੀਤਾ, ਪਹਿਲਾਂ ਲਾਹੌਰ ਤੇ ਫਿਰ ਕਸੂਰ ਦੇ ਵਿੱਚ ਲੁਕਾਇਆ। ਦਿਲੇ ਰਾਮ ਦਾ ਪੁੱਤਰ ਜਿਹੜਾ ਸੀ ਉਹ ਜੱਸਾ ਸਿੰਘ ਦੇ ਵੱਡੇ ਭਰਾ ਨੇ ਜਿਹੜੇ ਸੀ ਨਾ ਮਾਲੀ ਸਿੰਘ, ਉਹਨੇ ਉਹਨੂੰ ਬੰਦੀ ਬਣਾ ਲਿਆ ਸੀ। ਤੇ ਉਹਦੇ ਕੋਲੋਂ ਉਹਨੂੰ ਪਹਿਲਾਂ ਲਾਲਚ ਵੀ ਦਿੱਤੇ ਵੀ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ, ਤੈਨੂੰ ਦੀਵਾਨਗੀ ਦੇ ਦਿੱਤੀ ਜਾਵੇਗੀ, ਤੂੰ ਮੈਨੂੰ ਸਾਰਾ ਖਜ਼ਾਨਾ ਦੱਸ ਦੇ। ਉਹਨੇ ਇੱਕ ਸੰਦੂਕੜੀ ਦਾ ਜ਼ਿਕਰ ਕੀਤਾ, ਉਹਦੇ ਵਿੱਚ ਬੜਾ ਕੁਝ ਨਿਕਲ ਰਿਹਾ ਸੀ, ਹੀਰੇ ਜਵਾਹਰਾਤ ਆਦਿਕ। ਤੇ ਉਹ ਖਬਰ ਲੈ ਕਰਕੇ ਆਪਣੇ ਭਰਾ ਜੱਸਾ ਸਿੰਘ ਕੋ ਹੁੰਦਾ ਹੈ। ਮਾਲੀ ਸਿੰਘ ਭਰਾ ਕਹਿੰਦਾ ਹੈ ਆਪਾਂ ਦੋਨੋਂ ਇੱਕੋ ਪਿੰਡ ਦੀਆਂ ਮਿਸਲਾਂ ਹਾਂ, ਸਾਡੇ ਨਾਨਕੇ ਉੱਥੇ ਨੇ, ਉਹਨਾਂ ਦਾ ਜੱਦੀ ਪਿੰਡ ਹੈ, ਬਹਿਣ ਉੱਠਣ ਇਕੱਠਾ ਹੈ, ਰੋਟੀ ਪਾਣੀ ਵੀ ਇਕੱਠੀ ਹੈ। ਤੇ ਮੇਰੇ ਭਰਾ ਇੱਦਾਂ ਨਾ ਕਰ, ਇੱਦਾਂ ਵਿਗਾੜ ਪੈ ਜਾਣਾ ਪੰਥ ਦੇ ਵਿੱਚ। ਮਾਲੀ ਸਿੰਘ ਹਟਿਆ ਨਾ, ਇਹਨੇ ਜਿੱਦ ਫੜ ਲਈ ਹੈ। ਤੇ ਇੱਧਰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨੂੰ ਬੜੇ ਪਿਆਰ ਦੇ ਨਾਲ ਇਸ ਮਾਇਆ ਰੂਪੀ ਬਲਾ ਤੋਂ ਜਿਹੜਾ ਸੀ ਨਾ ਉਹ ਵਰਜ ਰਹੇ ਸਨ, ਕਿਉਂਕਿ ਇਹ ਧਰਮੀ ਪੁਰਖ ਸੀ। ਮਾਲੀ ਸਿੰਘ ਪਾਪੀ ਬਣ ਚੁੱਕਾ ਸੀ। ਪਰ ਹੁਣ ਇਹ ਸਮਝਾਇਆ ਵੀ ਜਿਹੜਾ ਸੀ ਨਹੀਂ ਸੀ ਸਮਝਦਾ ਪਿਆ। ਕਥਾ ਕਿਸ ਤਰ੍ਹਾਂ ਅੱਗੇ ਚੱਲਦੀ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਦਿਓ ਅਸੀਸ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ
ਫੇਰ ਕਰੋ ਕਿਰਪਾ ਕੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੱਸਾ ਸਿੰਘ ਫਿਰ ਬਹੁਤ ਸਮਝਾਇਆ। ਫਿਰ ਜੱਸਾ ਸਿੰਘ ਜੀ ਉਹਨਾਂ ਨੇ ਜਦੋਂ ਇਹਦੀਆਂ ਇਹ ਗੱਲਾਂ ਸੁਣੀਆਂ, ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਮਾਇਆ ਰੂਪੀ ਬਲਾ ਹੈ ਇਹਦੇ ਸਿਰ ਚੜ੍ਹ ਬੋਲਦੀ ਪਈ ਹੈ। ਬੜਾ ਇਹਨੂੰ ਸਮਝਾਉਣ ਦਾ ਜਿਹੜਾ ਹੈ ਯਤਨ ਕੀਤਾ, ਇਹ ਮੇਰੇ ਭਰਾ ਮਾਲੀ ਸਿੰਘ ਤੂੰ ਇੱਦਾਂ ਨਾ ਕਰ, ਇਹ ਤੇਰਾ ਬਚਪਨਾ ਜਿਹੜਾ ਹੈ ਨਾ ਉਹ ਬੋਲਦਾ ਪਿਆ ਹੈ ਜੀ। ਆਵਣ ਜਾਣ ਸੋਹੈ ਮਾਇਆ। ਇਹ ਧਨ ਜਿਹੜਾ ਹੈ ਨਾ ਆਉਣਾ ਜਾਣਾ ਹੈ, ਇਸ ਧਨ ਦਾ ਕਦੇ ਵੀ ਕਿਸੇ ਦੇ ਪਾਸ ਸਥਿਰ ਨਹੀਂ ਰਿਹਾ। ਇਹ ਅੱਜ ਮੇਰੇ ਕੋਲ ਹੈ, ਕੱਲ ਤੇਰੇ ਕੋਲ ਰਵੇਗਾ, ਪਰਸੋਂ ਤੇਰੇ ਗਾਂ ਕਿਤੇ ਹੋਰ ਕੋਲੋਂ। ਤੇ ਜੇ ਕਿਤੇ ਵੰਸ਼ ਵੀ ਮਰ ਮੁੱਕ ਜਾਵੇ ਤੇ ਫਿਰ ਜਿਹੜੀ ਗੌਰਮੈਂਟ ਜਿਹੜੀ ਹੈ ਨਾ ਉੱਥੇ ਆਪਣਾ ਬੋਰਡ ਲਾ ਦਿੰਦੀ ਹੈ, ਇਹ ਸਰਕਾਰੀ ਜਾਇਦਾਦ ਹੈ, ਇਹਦੇ ਨਾਲ ਛੇੜਛਾੜ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੜੇ ਬੋਰਡ ਲੱਗੇ ਪਏ ਕਰਤਾਰਪੁਰ ਦੇ ਵਿੱਚ ਵੀ। ਇਸ ਕਰਕੇ ਇਹ ਮਾਲੀ ਸਿੰਘ ਮਾਇਆ ਜਿਹੜੀ ਹੈ ਸਦਾ ਟਿਕੀ ਨਹੀਂ ਰਹਿੰਦੀ। ਇਹਨੇ ਜਿਹੜਾ ਹੱਥਾਂ ਦੀ ਮੈਲ ਹੈ ਇਹਨੇ ਗਾਇਬ ਹੋ ਜਾਣਾ। ਤੇ ਤੂੰ ਇਹ ਜਿਹੜਾ ਕਰਮ ਹੈ ਨਾ ਇਹ ਪਾਪ ਨਾ ਕਮਾ ਪਈ। ਆਪ ਕਰੀਏ ਬਹੁ ਭੋਜਨ ਮਾਰੇ। ਮੇਰੀ ਗੱਲ ਯਾਦ ਕਰ, ਜਿਹੜੇ ਕਨ੍ਹਈਆ ਦੀ ਮਿਸਲ ਹੈ ਨਾ ਉਹ ਬੜੀ ਵੱਡੀ ਮਿਸਲ ਹੈ, ਤੇ ਅਸੀਂ ਹਾਂ ਇੱਕ ਤਰਫਾ ਤੇ ਉਹ ਨੇ 100 ਤਰਫਾ। ਕਾਰਨ ਕੀ ਸੀ ਕਿ ਰਾਮਗੜੀਆਂ ਤਰਖਾਣਾਂ ਦੀ ਇਕੱਲੀ ਇੱਕੋ ਹੀ ਮਿਸਲ ਸੀ, ਤੇ ਬਾਕੀ ਜਿੰਨੀਆਂ ਮਿਸਲਾਂ ਸੀ ਨਾ ਉਹ ਸਾਰੀਆਂ ਜੱਟ ਬਰਾਦਰੀ ਦੀਆਂ ਸਨ, ਤੇ ਉਹਨਾਂ ਦਾ ਵੀ ਏਕਾ ਬੜਾ ਸੀ। ਜਦੋਂ ਹੁਣ ਇੱਦਾਂ ਕੁਝ ਹੋਣ ਲੱਗੇ ਤੇ ਫਿਰ ਕਈ ਵਾਰ ਭਰਾ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਤੁਰ ਪੈਂਦਾ ਹੈ। ਉਹ ਸਮਝਾਉਣ ਦਾ ਯਤਨ ਕਰ ਰਹੇ ਸਰਦਾਰ ਜੱਸਾ ਸਿੰਘ ਜੀ। ਇਹ ਮਾਲੀ ਸਿੰਘ ਦੇਖ, ਕਨ੍ਹਈਏ ਵਾਲੇ ਕਿਤੇ ਘੱਟ ਨਹੀਂ ਹੈਗੇ। ਜਦੋਂ ਕਿਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਵਿਵਾਦ ਬੜਾ ਹੋਵੇਗਾ ਜੀ। ਇੱਕ ਹੀ ਰਲ ਸਭ ਜੱਟ ਹੋ ਸਾਰੇ। ਅਸੀਂ ਤਾਂ ਇੱਕ ਹੀ ਹਾਂ, ਉਧਰ ਸਾਰੇ ਜਿੰਨੀਆਂ ਮਿਸਲਾਂ ਹਨ ਉਹ ਸਾਰੇ ਜੱਟਾਂ ਦੀਆਂ ਹਨ ਜੀ। ਹਮ ਤਰਖਾਣ ਇੱਕ ਹਿੱਸਾ ਸਾਰੇ। ਅਸੀਂ ਤਰਖਾਣ ਉਹਨਾਂ ਦੇ ਇੱਕੋ ਹਿੱਸੇ ਦੇ ਬਰਾਬਰ ਹਾਂ ਜੀ। ਸੋਹਿਨ ਸਹਿਜਨ ਹਮ ਤੇ ਭਾਰੇ। ਉਹ 100 ਹਿੱਸੇ ਜਿਹੜੇ ਨੇ ਸਾਡੇ ਤੋਂ ਭਾਰੇ ਹਨ ਜੀ। ਇਹ ਹਮ ਕੋ ਬੜ ਕਰ ਖੁਮਾਰੀ। ਤੇ ਦੇਖ ਲਾ, ਜੇ ਹੁਣ ਤੂੰ ਇਹ ਮਾਇਆ ਦਾ ਸੰਗ ਨਾ ਛੱਡਿਆ ਤੇ ਇਸ ਮਾਇਆ ਨੇ ਜਿਹੜਾ ਹੈ ਨਾ ਜਿੱਥੇ ਸਾਨੂੰ ਵੀ ਖੁਆਰ ਕਰਨਾ ਹੈ, ਤੇ ਉੱਥੇ ਜਿੰਨਾ ਕਨ੍ਹਈਆਂ ਦੇ ਨਾਲ ਸਾਡੀ ਇਸ ਵੇਲੇ ਬਣੀ ਪਈ ਹੈ ਨਾ, ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਤੇ ਉਹਨਾਂ ਦਾ ਵੀ ਜਦੋਂ ਸਾਡੇ ਉੱਤੇ ਹੱਲਾ ਹੋਇਆ ਤੇ ਉਹ ਵੀ ਸਾਨੂੰ ਖੱਜਲ ਖੁਆਰ ਬਹੁਤ ਕਰਨਗੇ। ਭਾਈ ਖੁਸ਼ਹਾਲ ਸਿੰਘ ਦੀਓ ਬਿਨ ਮਾਰੀ। ਕਹਿਣ ਲੱਗਾ ਸਰਦਾਰ ਜੱਸਾ ਸਿੰਘ, ਮੇਰੇ ਭਰਾ ਮੇਰੀ ਗੱਲ ਤੇ ਸੁਣ। ਤੈਨੂੰ ਯਾਦ ਹੈ ਸਾਡਾ ਇੱਕ ਭਰਾ ਸੀ ਜਿਹਦਾ ਨਾਂ ਸੀ ਖੁਸ਼ਹਾਲ ਸਿੰਘ। ਉਹ ਹਰੀ ਸਿੰਘ ਭੰਗੀ ਦੇ ਹੱਥੋਂ ਮਾਰਿਆ ਗਿਆ ਸੀ। ਬਾਬਾ ਜੱਸਾ ਸਿੰਘ ਜੀ ਹੁਣੀ 4 ਭਰਾ ਸਨ ਜੀ। ਸਰਦਾਰ ਖੁਸ਼ਹਾਲ ਸਿੰਘ ਜੀ, ਸਰਦਾਰ ਮਾਲੀ ਸਿੰਘ ਜੀ, ਸਰਦਾਰ ਤਾਰਾ ਸਿੰਘ ਜੀ, ਤੇ ਚੌਥੇ ਸਨ ਬਾਬਾ ਜੱਸਾ ਸਿੰਘ ਜੀ। ਜਿਹੜਾ ਖੁਸ਼ਹਾਲ ਸਿੰਘ ਸੀ ਨਾ ਉਹ ਬਾਬਾ ਹਰੀ ਸਿੰਘ ਭੰਗੀ ਦੇ ਹੱਥੋਂ ਮਾਰਿਆ ਗਿਆ ਸੀ। ਤੇ ਕਹਿੰਦਾ ਆਪਾਂ ਉਦੋਂ ਵੀ ਨਾ ਕੁਝ ਕਰ ਸਕੇ, ਤੇ ਹੁਣ ਤੂੰ ਦੇਖ ਲੈ, ਜੇ ਤੂੰ ਇਹ ਕਰਮ ਕਮਾਏਗਾ ਇਹ ਉਲਟਾ ਕਰਮ ਸਾਡੇ ਤੇ ਪੈ ਸਕਦਾ ਹੈ ਜੀ। ਦੇਖ ਲਾ, ਉਹ ਵੇਲਾ ਬਾਅਦ ਚ ਸਾਡੇ ਹੱਥ ਦੇ ਵਿੱਚ ਨਹੀਂ ਆਇਆ। ਜਿੱਦਣ ਦਾ ਆਪਾਂ ਆਪਣਾ ਭਰਾ ਖੋਇਆ, ਹੁਣ ਪੰਥ ਦੀਆਂ ਮੁਹਿੰਮਾਂ ਨੇ, ਮਰਦੇ ਵੀ ਆਪਣੇ ਨੇ, ਫੱਟਰ ਵੀ ਆਪਣੇ ਹੁੰਦੇ ਨੇ, ਪਰ ਪੰਥ ਦਾ ਸਾਥ ਥੋੜ੍ਹਾ ਛੱਡ ਸਕਦੇ ਹਾਂ। ਪੰਥ ਤੇ ਪੰਥ ਹੈ, ਪੰਥ ਦੇ ਵਿੱਚ ਕਈਆਂ ਨੂੰ ਅਹੋਤੀਆਂ ਦੇਣੀਆਂ ਪੈਂਦੀਆਂ ਨੇ। ਇਹ ਮੇਰੇ ਮਾਲੀ ਸਿੰਘ ਭਰਾ ਦੇਖ, ਮੈਂ ਪੰਥ ਨਹੀਂ ਛੱਡ ਸਕਦਾ, ਪਰ ਇੱਕ ਗੱਲ ਹੈ, ਪਰ ਜੇ ਤੂੰ ਇਦਾਂ ਕਰੇਗਾ ਇਹਦਾ ਹਰਜਾਨਾ ਭੁਗਤਣਾ ਪਵੇਗਾ। ਅਬ ਹਮ ਛੇੜ ਕੋ ਸੁਖ ਨਾ ਸਮਾਇਓ। ਤੇ ਹੁਣ ਅਸੀਂ ਫਿਰ ਦੂਜੀ ਵਾਰ ਜਿਹੜਾ ਹੈ ਨਾ ਉਹਨਾਂ ਨੂੰ ਛੇੜੀਏ ਨਾ, ਸਿੱਖ ਮਿਸਲਾਂ ਨੂੰ। ਜੇ ਆਪਾਂ ਇਹ ਖਜ਼ਾਨਾ ਵੰਡ ਲਵਾਂਗੇ ਤੇ ਵਧੀਆ ਗੱਲ ਹੈ, ਜੇ ਇਕੱਲੇ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਉਹਨਾਂ ਨੂੰ ਛੇੜਾਂਗੇ। ਤੇ ਹੁਣ ਡੂਮਣੇ ਦੇ ਮਾਰਿਆ ਹੋਇਆ ਵੱਟਾ ਜਿਹੜਾ ਹੈ ਨਾ ਉਹ ਬੜਾ ਜ਼ਹਿਰੀਲਾ ਨਿਕਲਦਾ ਬਾਅਦ ਚੋਂ, ਇੱਕ ਵਾਰੀ ਮਗਰ ਪੈ ਜੇ। ਤੇ ਇਹ ਝੁੰਡ ਹੈ ਸਾਰਾ ਹੀ
ਆਪਾਂ ਇਕੱਲੇ ਰਹਿ ਜਾਣਾ ਹੈ। ਹਮਕੋ ਰੱਖਣ ਦੇ ਦੇ ਮਾਲ। ਤੇ ਹੁਣ ਮਾਲੀ ਸਿੰਘ ਨੇ ਜਦੋਂ ਇੰਨੀਆਂ ਗੱਲਾਂ ਸੁਣੀਆਂ ਨਾ ਆਪਣੇ ਵੱਡੇ ਭਰਾ ਦੀਆਂ, ਤੇ ਮਾਇਆ ਧਾਰੀ ਅੰਨਾ ਬੋਲਾ ਹੋ ਚੁੱਕਾ ਸੀ। ਕਹਿਣ ਲੱਗਾ, ਉਹ ਮੇਰੇ ਵੱਡੇ ਭਰਾ ਮੇਰੀ ਇੱਕ ਗੱਲ ਸੁਣ ਲੈ, ਇਹ ਮਾਲ ਜਿਹੜਾ ਹੈ ਨਾ ਹੁਣ ਮੈਨੂੰ ਰੱਖ ਲੈਣ ਦੇ ਆਪਣੇ ਕੋਲੋਂ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਣਾ ਇਹ ਮਾਲ। ਲੜ ਮੈਂ ਨਿਕਾਲੋ ਸਭ ਪੰਥ ਨਾਲ। ਆਂਦਾ ਮੇਰੇ ਅੱਗੇ ਪੰਥ ਕੀ ਹੈ, ਤੂੰ ਇੱਕ ਸਾਈਡ ਤੇ ਹੋ ਜਾਈ। ਆ ਜਿੰਨੀਆਂ 10 ਮਿਸਲਾਂ ਜਿਹੜੀਆਂ ਨੇ, 11 ਮਿਸਲਾਂ ਜਿਹੜੀਆਂ ਨੇ, ਉੱਦਾਂ 11 ਮੇਨ ਦੀ ਗਿਣਤੀ ਹੁੰਦੀ, 12ਵੀਂ ਵੀ ਗਿਣੀ ਗਈ ਹੈ। ਜਿੰਨੀਆਂ ਮਿਸਲਾਂ ਨੇ ਇਹਨਾਂ ਦੇ ਸਿਪਾਹੀ ਤੇ ਇਹਨਾਂ ਦੇ ਜਥੇਦਾਰ, ਮਾਲੀ ਸਿੰਘ ਦੇ ਅੱਗੇ ਕੀ ਹੈ? ਇਹ ਕਿਹੜਾ ਪੰਥ ਤੂੰ ਲਈ ਫਿਰਦਾ ਹੈ? ਦੇਖ ਇੰਨਾ ਧਨ ਆਇਆ, ਤੂੰ ਹੱਥੋਂ ਜਾਨ ਦੇਣ ਲੱਗਾ। ਮੈਂ ਨਹੀਂ ਉਹ ਜਾਨ ਦੇਣਾ, ਜਿਹੜਾ ਅੱਗੇ ਆ ਜਾਵੇਗਾ ਮੈਂ ਪੰਥ ਨਾ ਆਪੇ ਜਿਹੜਾ 2 ਹੱਥ ਕਰ ਲਵਾਂਗਾ। ਦੋਹਰਾ ਜੋ ਤੂੰ ਰੱਖੈ ਮਲ ਅਬ, ਤੂੰ ਮੈਂ ਰੱਖੈ ਪ੍ਰਾਣ। ਆਂਦਾ ਜੇ ਤੂੰ ਹੁਣ ਉਹਨਾਂ ਦਾ ਹਿੱਸਾ ਰੱਖਿਆ ਨਾ ਤੇ ਮੈਂ ਆਪਣੇ ਇੱਥੇ ਪ੍ਰਾਣ ਦੇ ਦੇਣੇ। ਦੇਖੋ ਪਰਿਵਾਰ ਦੀ ਕਹਾਣੀ, ਭਰਾਵਾਂ ਦੀ ਕੀ ਬਣ ਲੱਗਾ ਹੈ ਪਰਿਵਾਰ ਦੇ ਵਿੱਚ। ਕਹਿੰਦਾ ਮੇਰੇ ਵੱਡੇ ਭਰਾ ਜੱਸਾ ਸਿੰਘ, ਤੇਰਾ ਛੋਟਾ ਭਰਾ ਮਾਲੀ ਸਿੰਘ ਇੱਥੇ ਮੌਤ ਦੇ ਘਾਟ ਉਤਰ ਜਾਵੇਗਾ ਜੇ ਤੂੰ ਇਸ ਧਨ ਦੇ ਵਿੱਚੋਂ ਉਹਨਾਂ ਨੂੰ, ਕਨਈਆਂ ਨੂੰ ਜਿਹੜਾ ਹੈ ਕੁਝ ਧਨ ਦੇ ਦਿੱਤਾ। ਜੋ ਤੂੰ ਦੇਵੇ ਮਾਲ ਵੰਡ, ਲੜ ਮਰੋ ਇਸ ਮੈਦਾਨ। ਜੇ ਤੂੰ ਹੁਣ ਇੱਥੇ ਉਹ ਸੰਦੂਕੜੀ ਦਾ ਖਜ਼ਾਨਾ ਵੰਡਣ ਦੀ ਗੱਲ ਕੀਤੀ ਤੇ ਮੈਂ ਉਹਨਾਂ ਨਾਲ 2 ਹੱਥ ਕਰ ਦਿਆਂ, ਮਰ ਤੇ ਜਾਵਾਂਗਾ ਜਾਂ ਉਹਨਾਂ ਨੂੰ ਮਾਰਾਂਗਾ, ਪਰ ਇਹ ਪੈਸਾ ਨਹੀਂ ਦੇਵਾਂਗਾ। ਪੈਸਾ ਇਹੋ ਜਿਹੀ ਖੇਡ ਬਣ ਗਈ ਇਨਸਾਨ ਦੀ ਜੀ। ਚੌਪਈ ਜੱਸਾ ਸਿੰਘ ਤੋਂ ਔਖੀ ਆਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੱਸਾ ਸਿੰਘ ਤੋਂ ਔਖੀ ਆਈ। ਇੱਕ ਪਾਸੇ ਧਰਮ ਹੈ, ਇੱਕ ਪਾਸੇ ਭਰਾ ਹੈ। ਹੁਣ ਦੋਵਾਂ ਪਾਸਿਆਂ ਤੋਂ ਜਿਹੜੀ ਹੈ ਜੱਸਾ ਸਿੰਘ ਨੂੰ ਜਿਹੜੀ ਹੈ ਨਾ ਔਖਿਆਈ ਹੋ ਗਈ। ਧਰਮ ਦੀ ਮੰਨਾ ਜਾਂ ਭਰਾ ਦੀ ਮੰਨਾ ਵਿਪਤਾ ਦੇ ਵਿੱਚ ਹੈ, ਤੇ 2 ਬੇੜੀਆਂ ਦਾ ਸਵਾਰ ਜਿਹੜਾ ਹੈ ਕਦੀ ਪਾਰ ਨਹੀਂ ਲੰਘਦਾ, ਉਹ ਡੁੱਬਦਾ ਅੱਧ ਵਿਚਕਾਰ ਹੀ ਹੈ। ਕਹਾਵਤ ਹੈ, 2 ਬੇੜੀਆਂ ਦਾ ਸਵਾਰ ਡੁੱਬੇ ਅੱਧ ਵਿਚਕਾਰ, ਨਾ ਉਹ ਆਰ ਨਾ ਉਹ ਪਾਰ। ਡੁੱਬਦਾ ਜਿਹੜੀ ਹੈ ਨਾ ਬੜਾ ਕੁਝ ਕਰਾ ਦਿੰਦੀ ਹੈ। ਭਾਈ ਗੁਰਦਾਸ ਜੀ ਇਹੋ ਜਿਹੇ ਬੰਦਿਆਂ ਦਾ ਸਾਥ ਦੇਣੋਂ ਹੀ ਵਰਜਿਤ ਕਰ ਦਿੰਦੇ ਨੇ। ਸਾਹਿਬ ਜੀ ਕਹਿੰਦੇ ਨੇ, ਹਰ ਚੰਦੋਰੀ ਦੇਖ ਕੇ ਕਰਦੇ ਪ੍ਰਵਾਸਾ, ਥਲ ਵਿੱਚ ਤਪਨ ਪੱਠੀਆਂ ਕਿਉਂ ਲਹੇ ਪਿਆਸਾ। ਛਾਇਆ ਬਿਰਖ ਨ ਰਹੇ ਥਿਰ, ਬੂਝੇ ਕਿਉਂ ਪਿਆਸਾ। ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਰਲੇ ਜੋ ਸੰਗਤ ਮੀਣਿਆ ਉੱਠ ਚਲੇ ਨਿਰਾਸਾ। ਜਿਹੜਾ ਇਹੋ ਜਿਹੇ ਮਨੁੱਖਾਂ ਦੇ ਨਾਲ ਰਲ ਜਾਂਦਾ ਹੈ, ਸੰਗਤ ਕਰ ਲੈਂਦਾ ਹੈ, ਉਹ ਜੀਵਨ ਖੁਆਰ ਕਰਕੇ ਜਾਂਦਾ ਹੈ। ਬਾਣੀ ਨੇ ਤੇ ਇੱਥੋਂ ਤੱਕ ਕਿਹਾ, ਚੋਰਾਂ ਜਾਰਾਂ ਰੰਡਣੀ, ਵਾਹਿਗੁਰੂ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ। ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਨ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ। ਇਹੋ ਜਿਹੇ ਲੋਕਾਂ ਦਾ, ਸ਼ਰਾਬੀ ਕਵਾਬੀ ਪਾਪ ਕਰਨ ਵਾਲੇ ਝੂਠ ਬੋਲਣ ਵਾਲਿਆਂ ਦਾ ਹਮੇਸ਼ਾ ਸੰਗਤ ਇੱਕ ਥਾਂ ਤੇ ਬੈਠਣ ਦੀ ਹੁੰਦੀ ਹੈ। ਰੱਬ ਦੇ ਘਰ ਦੇ ਗੱਲ ਨੂੰ ਨਹੀਂ ਉਹ ਜਾਣਦੇ, ਬਸ ਜਦੋਂ ਵੀ ਗੱਲ ਕੋਈ ਕਰਦੇ ਨੇ ਨਾ ਕੁਫਰ ਤੋਲਦੇ ਨੇ। ਤੇ ਮਾਲੀ ਸਿੰਘ ਉਹ ਕੁਫਰ ਜਿਹੜਾ ਸੀ ਇਸ ਵੇਲੇ ਤੋਲ ਰਿਹਾ ਹੈ ਜੀ। ਹੋਏ ਜਾਏ ਧਰਮ ਉਹ ਇਵਜੈ ਭਾਈ। ਉਹ ਸੋਚਦਾ ਹੈ ਜੱਸਾ ਸਿੰਘ, ਇੱਕ ਪਾਸੇ ਧਰਮ ਜਾਂਦਾ ਹੈ, ਇੱਕ ਪਾਸੇ ਜਿਹੜਾ ਹੈ ਉਹ ਭਰਾ ਹੱਥੋਂ ਨਿਕਲਦਾ ਹੈ ਜੀ। ਵੈ ਵੀ ਲਹਿਰ ਲੋਭ ਹੀ ਕਰੋੜਾ। ਪਰ ਵੇਖੋ ਇਹ ਮਾਲਕ ਦੇ ਘਰ ਦੀ ਖੇਡ ਹੈ ਦੁਨਿਆਵੀ। ਜਦੋਂ ਪਿਆਰ ਸਿਰ ਚੜ੍ਹ ਬੋਲਦਾ ਹੈ ਨਾ, ਉਦੋਂ ਬੜਾ ਕੁਝ ਖੱਜਲ ਖੁਆਰੀ ਜੀਵਨ ਦੇ ਵਿੱਚ ਜਿਹੜੀ ਹੈ ਖੱਟਣੀ ਪੈਂਦੀ ਹੈ। ਧਰਮ ਜਿਹੜਾ ਹੈ ਮਨੁੱਖ ਛੱਡ ਦਿੰਦਾ ਹੈ, ਕਿਉਂਕਿ ਧਰਮ ਛੱਡਣਾ ਜਿਹੜਾ ਮਨੁੱਖ ਲਈ ਬੜਾ ਸੌਖਾ ਹੋ ਗਿਆ ਅੱਜ ਕੱਲ੍ਹ। ਕਿਤੇ 4 ਆਨੇ ਮਿਲਦੇ ਹੋਣ ਤੇ ਆਪਾਂ ਈਸਾਈ ਬਣਨ ਨੂੰ ਵੀ ਤਿਆਰ ਹਾਂ। ਅੱਜ 4 ਆਨੇ ਮਿਲਦੇ ਹੋਣ ਕਿਸੇ ਡੇਰੇ ਵਾਲੇ ਬਾਪੂ ਦੇ ਨਾ, ਫਿਰ ਆਪਾਂ ਸੇਵਕੀਆਂ ਬਣਨ ਨੂੰ ਵੀ ਤਿਆਰ ਨੇ। ਫਿਰ ਆਪਾਂ ਆਪਣੇ ਨਾਮ ਦੇ ਨਾਲ ਉਹਦਾ ਨਾਮ ਜੋੜਦੇ ਹਾਂ, ਆਪਾਂ ਉਸ ਬਾਪੂ ਦੇ ਚੇਲੇ। ਤੇ ਬਾਬਾ ਕਹਿੰਦਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਜੇ ਪੀਰਾਂ ਦੀ ਵੀ ਗੱਲ ਕਰੋ ਤੇ ਬਾਬਾ ਕਹਿੰਦਾ ਜਾ ਫਿਰ ਪੀਰ ਜਗਤ ਗੁਰ ਬਾਬਾ।
ਇਸ ਤੋਂ ਵੱਡਾ ਕੋਈ ਪੀਰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਜੇ ਹੈਗਾ। ਕਿਹੜੇ ਪੀਰ ਅੱਗੇ ਜਾ ਕੇ ਮੱਥਾ ਟੇਕਦਾ ਅੱਜ ਦੇ ਸਿੱਖਾ? ਆਹ ਪੀਰ ਅੱਗੇ ਆ। ਇੱਥੇ ਪੀਰਾਂ ਦੀ ਜਦੋਂ ਗੱਲ ਚੱਲੇਗੀ ਤੇ ਫਿਰ ਸ਼ਸਤਰ ਵੀ ਤੇਰੇ ਜਿਹੜੇ ਉਹ ਪੀਰ ਨੇ। ਅਸ ਕਿਰਪਾਨ ਖੰਡੋ ਖੜਕ ਤਬਕ ਤਬਕ ਅਰ ਤੀਰ ਸਹਿਤ ਸਰੋਹੀ ਸਹਿਤ ਜਿਹ ਹਮਾਰੇ ਪੀਰ। ਇਹ ਸ਼ਸਤਰ ਤੇਰੇ ਪੀਰ ਸਨ। ਪਰ ਤੂੰ ਸ਼ੇਖ ਫਤਿਹ ਜਾ ਕੇ ਜਿਹੜਾ ਹੈ ਮੱਝਾਂ ਬਚਾਉਣ ਦੀ ਖਾਤਰ ਕੀੜਾਂ ਚੜਾਉਂਦਾ ਫਿਰਦਾ ਏ। ਸ਼ੇਖ ਫਤਾ ਉਹ ਹੈ ਪਿਆਰਿਆ ਜਿਹਦੀ ਵੰਸ਼ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ। ਸ਼ੇਖ ਫਤਿਹ ਵਾਲੇ ਉਹ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਬਣੇ। ਤੇ ਅੱਜ ਦਾ ਸਿੱਖ ਉੱਥੇ ਜਾ ਕੇ ਖੀਰਾਂ ਚੜਾਉਂਦਾ ਪਿਆ ਹੈ ਵੀ ਆਪਾਂ ਖੀਰਾਂ ਕਿਤੇ ਚੜਾਈਆਂ ਨਾ ਤੇ ਮੱਝਾਂ ਜਿਹੜੀਆਂ ਮਰ ਜਾਣੀਆਂ ਨੇ। ਇੱਥੇ ਮੇਰੇ ਬਾਬਾ ਜੀ ਕਹਿੰਦੇ ਪਏ ਨੇ ਇੱਕ ਪਾਸੇ ਭਰਾ ਹੈ, ਇੱਕ ਪਾਸੇ ਧਰਮ ਸੀ, ਪਰ ਹੁਣ ਰੁੜ ਗਿਆ। ਭਰਾ ਦੇ ਪਿੱਛੇ ਇਹਦਾ ਧਰਮ ਜਿਹੜਾ ਅੱਜ ਜੱਸਾ ਸਿੰਘ ਦਾ ਰੁੜ ਗਿਆ ਤੇ ਇਹਨੇ ਧਰਮ ਨੂੰ ਤਿਆਗ ਦਿੱਤਾ ਤੇ ਭਰਾ ਦਾ ਹੁਣ ਸਾਥ ਦੇਣ ਲੱਗਾ ਜੀ। ਭਾਈ ਰੱਖਿਓ ਕੋ ਧਰਮ ਗੁਣ ਤੋੜਾ। ਤੇ ਉਹਨੇ ਭਾਈ ਨੂੰ ਰੱਖ ਲਿਆ ਤੇ ਧਰਮ ਆਪਣਾ ਜਿਹੜਾ ਹੈ ਗਵਾ ਦਿੱਤਾ। ਭਾਵ ਹੁਣ ਪਾਪ ਦਾ ਭਾਗੀਦਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜਾ ਹੈ ਨਾ ਉਹ ਬਣ ਚੁੱਕਾ ਹੈ ਜੀ। ਜੱਸਾ ਸਿੰਘ ਇਹ ਬਿੰਦ ਭਾਗੀ। ਫਿਰ ਉਸ ਜੱਸਾ ਸਿੰਘ ਨੇ ਨਾ ਮਾਲੀ ਸਿੰਘ ਨੂੰ ਇਹ ਗੱਲ ਜਿਹੜੀ ਹੈ ਉਹ ਕਹਿਣੀ ਕੀਤੀ ਹੈ ਜੀ। ਨਹੀਂ ਨਾ ਪ੍ਰਗਟ ਗੋਪ ਕੇ ਮਰਾਖੀ। ਕਹਿੰਦਾ ਭਰਾਵਾ ਤੇਰਾ ਭਰਾ ਜਾਣ ਕਰਕੇ ਤੇ ਮੈਂ ਤੇਰੇ ਨਾਲ ਹੁਣ ਪੇਚਾ ਪਾ ਲਿਆ। ਧਰਮ ਮੈਂ ਤੋੜ ਦਿੱਤਾ ਹੈ। ਸੱਚੀ ਪੁੱਛੇ ਤੇ ਅੰਦਰ ਖਾਤੇ ਮੈਂ ਧਰਮ ਤੋੜ ਦਿੱਤਾ ਹੈ। ਬਾਹਰ ਖਾਤੇ ਲੋਕਾਂ ਨੇ ਅੱਜ ਵੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਕਹਿਣਾ ਹੈ, ਪਰ ਅੰਦਰ ਦੀ ਬਿਰਤੀ ਇਹ ਹੈ ਜੀਹੋ ਮੈਲੇ ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ ਜੀਹੋ ਮੈਲੇ। ਅੰਦਰਲੀ ਤੇ ਬਾਹਰਲੀ ਬਿਰਤੀ ਏਦਾਂ ਦੀ ਹੈ। ਹਿਰਦੇ ਕਪਟ ਮੁਖ ਗਿਆਨੀ। ਇਹ ਬਿਰਤੀ ਬਣ ਗਈ ਮੇਰੀ। ਤੇਰੇ ਕਰਮ ਦੇ ਵਿੱਚ ਮੈਂ ਵੀ ਭਾਗੀਦਾਰ ਬਣ ਗਿਆ। ਪਰ ਇੱਕ ਗੱਲ ਮੈਂ ਤੈਨੂੰ ਕਹਿ ਦਿੰਦਾ ਹਾਂ, ਇਸ ਕਰਮ ਨੂੰ ਹੁਣ ਲੁਕਾ ਕੇ ਰੱਖੀ, ਕਿਤੇ ਪ੍ਰਗਟ ਨਾ ਹੋਣ ਦਵੀਂ। ਜੇ ਹੋ ਗਿਆ ਤੇ ਬੜਾ ਵੱਡਾ ਨੁਕਸਾਨ ਹੋਵੇਗਾ ਪੰਥ ਦਾ। ਦਿਲੇ ਰਾਮ ਸੁਧ ਲੀਜੈ ਸਮਝਾਏ। ਆਂਦਾ ਕਿ ਦਿਲੇ ਰਾਮ ਦੇ ਪੁੱਤਰ ਨੂੰ ਜਿਹੜਾ ਹੈ ਸਮਝਾ ਦਵੀਂ ਕਿ ਕਿਤੇ ਦਿਲੇ ਰਾਮ ਦਾ ਜਿਹੜਾ ਪੁੱਤਰ ਹੈ ਨਾ ਜਿਹੜਾ ਤੂੰ ਕੈਦ ਕੀਤਾ ਹੈ ਉਹ ਕਿਤੇ ਜੇ ਕਨ੍ਹਈਆ ਦੇ ਸਿਪਾਹੀਆਂ ਨੂੰ ਉਹਨੇ ਦੱਸ ਦਿੱਤਾ ਤੇ ਫਿਰ ਕੰਮ ਵਿਗੜਨਾ ਹੀ ਉਹ। ਮਤ ਵੈ ਉਨਕੋ ਦੇ ਬਤਾਈ। ਬੇਖਬਰ ਕਿਤੇ ਉਹ ਉਹਨਾਂ ਨੂੰ ਗਦਾਸੀ ਨਾ ਦਵੇ ਵੀ ਉਹ ਸੰਦੂਕੜੀ ਦੇ ਵਿੱਚ ਕਿੰਨਾ ਕੇ ਧਨ ਸੀ। ਧਰਮ ਜਾਏ ਉਹ ਧਨ ਪੀ ਜਾਏ। ਦੇਖ ਏਦਾਂ ਫਿਰ ਅੰਦਰਲਾ ਪੱਖ ਤੇ ਚਲੇ ਗਿਆ ਹੈ ਨਾ। ਉਹ ਤਾਂ ਉਹਨੇ ਪਹਿਲਾਂ ਕਬੂਲ ਕਰ ਲਿਆ ਵੀ ਅੰਦਰਲਾ ਧਰਮ ਚਲਾ ਗਿਆ। ਬਾਹਰ ਖਾਤੇ ਆਪਾਂ ਵੀ ਇੱਦਾਂ ਕਰਦੇ ਨਾ ਕਈ ਵਾਰ ਜੀਵਨ ਦੇ ਵਿੱਚ। ਬਾਹਰ ਸਾਡਾ ਬਾਣਾ ਰਹਿ ਜਾਵੇ, ਬਾਹਰ ਸਾਡਾ ਗਾਤਰਾ ਰਹਿ ਜਾਵੇ, ਬਾਹਰ ਸਾਡੀ ਪ੍ਰਧਾਨਗੀ ਰਹਿ ਜਾਵੇ, ਚੌਧਰ ਸਾਡੀ ਬਾਹਰ ਰਹਿ ਜਾਵੇ, ਅੰਦਰ ਖਾਤੇ ਭਾਵੇਂ ਜਪਜੀ ਸਾਹਿਬ ਵੀ ਨਾ ਪੜ੍ਹਦੇ ਹੋਈਏ ਸਵੇਰ ਨੂੰ ਉੱਠ ਕੇ। ਤੇ ਸਾਹਿਬ ਜੀ ਆਖਦੇ ਪਏ ਨੇ ਕਿ ਹੇ ਭਾਈ ਦੇਖ ਫਿਰ ਧਰਮ ਵੀ ਜਾਵੇਗਾ, ਬੜਾ ਨੁਕਸਾਨ ਹੋਵੇਗਾ ਜੀ। ਤੇ ਉਹ ਫਿਰ ਸਾਡੇ ਨਾਲ ਦਗਾ ਕਮਾਉਣਗੇ। ਜਦੋਂ ਇੰਨੀਆਂ ਗੱਲਾਂ ਵੱਡੇ ਭਰਾ ਦੀਆਂ ਜੱਸਾ ਸਿੰਘ ਦੀਆਂ ਸੁਣੀਆਂ ਤੇ ਮਾਲੀ ਸਿੰਘ ਫਿਰ ਬੋਲਦਾ ਹੈ ਜੀ। ਮਨ ਦੇ ਅੰਦਰ ਚਾਅ ਚੜ ਗਿਆ ਕਿ ਭਰਾ ਨੇ ਮੇਰੀ ਗੱਲ ਮੰਨ ਲਈ, ਮੇਰੇ ਨਾਲ ਇਹਨੇ ਵੀ ਕਬੂਲ ਕਰ ਲਿਆ ਕਿ ਹੁਣ ਧਨ ਸਾਡਾ ਹੀ ਹੈ। ਤੇ ਬੜੀਆਂ ਖੁਸ਼ੀਆਂ ਦੇ ਵਿੱਚ ਨਾ ਜਿੱਦਾਂ ਬੰਦੇ ਕੋ ਕੁਝ ਆ ਜਾਵੇ ਤੇ ਨੱਚਦਾ ਫਿਰਦਾ ਹੈ ਨਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, देखे देखे सुने बोले दौड़ियो बिरत है, जब किछ पावत तब गर्भ करत है, माया गई तब रोवन लगत है। इदा ये करता है जी। जगत गई सारी रात। उन्हें सारी रात ना फिर सुता नहीं। पता है भी सवेर नूं हल्ला बोलना हवेली दे उत्ते। सारी रात इहदियां अखां 'च नींद ना आई। गुर की संगत जी जागदा ही रहा जी। लै फौज चढ़ियो बहुत प्रभात। ते अपने सिपाही नाल लै के ना ਤੇ ਫਿਰ ਸਵੇਰ ਨੂੰ ਇਹਨੇ ਜਿਹੜਾ ਹੈ ਨਾ ਦਿਲੇ ਰਾਮ ਦੀ ਹਵੇਲੀ ਤੇ ਹੱਲਾ ਬੋਲਿਆ ਹੈ ਜੀ। ਤੇ ਉੱਥੇ ਕਨ੍ਹਈਆ ਦੇ ਸਿਪਾਹੀ ਵੀ ਬੈਠੇ ਹੋਏ ਸਨ, ਇਹਨਾਂ ਦੇ ਵੀ ਬੈਠੇ ਹੋਏ ਸਨ। ਆਪਣਿਆਂ ਨੂੰ ਸਮਝਾਇਆ ਹੋਇਆ ਸੀ ਪਰ ਕਨ੍ਹਈਆ ਵਾਲੇ ਵੀ ਉੱਥੇ ਸਨ। ਇਸ ਕਰਕੇ ਇਹਨੇ ਨਾ ਕਿਸੇ ਦੀ ਪੁੱਛੀ ਬਾਤ ਹਮਲਾ ਕਰਕੇ ਉਸੇ ਵੇਲੇ ਜਿੱਥੇ ਉਹ ਸੰਦੂਕੜੀ ਦੀ ਦੱਸ ਪਈ ਸੀ
ਉਸ ਸੰਦੂਕੜੀ ਨੂੰ ਜਿਹੜਾ ਉੱਥੋਂ ਚੱਕ ਲਿਆ ਹੈ ਜੀ। ਲਈ ਸੰਦੂਕੜੀ ਇਹਨੇ ਉਠਾਏ, ਇਹਨੇ ਉਹ ਸੰਦੂਕੜੀ ਜਿਹੜੀ ਹੈ ਉਹ ਕੁਹਾਰਾਂ ਕੋਲੋਂ ਉਠਾ ਲਈ ਹੈ ਜੀ। ਦੋਰਾ ਕਹੀ ਹਮੈ ਜੇ ਬੰਡ ਆਈ, ਛਲ ਬਲ ਬਾਤ ਬਣਾਈ। ਤੇ ਜਦੋਂ ਹੁਣ ਉਹ ਸਿਪਾਹੀਆਂ ਕਨ੍ਹਈਆ ਨੂੰ ਪਤਾ ਲੱਗਾ ਮਿਸਲਦਿਆਂ ਨੂੰ, ਤੇ ਉਹਨਾਂ ਨੇ ਕਿਹਾ ਇਹ ਤੇ ਭਾਈ ਛਲ ਹੈ, ਇਹ ਤੂੰ ਇਦਾਂ ਨਾ ਕਰ, ਇਹ ਤੇ ਵੰਡ ਕੇ ਚੀਜ਼ ਆਉਣੀ ਹੈ, ਤੂੰ ਕੱਲਾ ਹੀ ਲੈ ਕੇ ਜਿਹੜਾ ਹੈ ਆਪਣੇ ਘਰ ਨੂੰ ਜਾ ਰਿਹਾ ਹੈ ਮਾਲੀ ਸਿੰਘ, ਇਦਾਂ ਨਹੀਂ ਹੋ ਸਕਦਾ। ਰੋਲੇ ਬੋਲੇ ਹੋਤ ਲੈ ਦਰੇ ਦੇਈ ਕਨਾਏ। ਕਹਿੰਦਾ ਨਹੀਂ 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 ਨਹੀਂ, ਇਹ ਤਾਂ ਮੇਰੀ ਹੈ, ਤੁਹਾਨੂੰ ਭੁਲੇਖਾ ਲੱਗਾ ਹੈ। ਇਹ ਚੀਜ਼ ਜਦੋਂ ਆਪਾਂ ਚੀਜ਼ਾਂ ਵੰਡਦੇ ਪਏ ਸੀ, ਇਹ ਸਾਡੇ ਹਿੱਸੇ ਆਈ ਹੈ, ਤੁਹਾਡਾ ਇਹ 'ਚ ਕੋਈ ਰੋਲ ਨਹੀਂ ਹੈ, ਜਾਣ ਦਿਓ ਮੈਨੂੰ। ਇਦਾਂ ਗੱਲਾਂ ਕਰਕੇ ਅੱਗੇ ਲੰਘ ਗਿਆ। ਚੌਪਈ ਤੋਂ ਦੋਏ ਤਰਫੀ ਰੋਲੋ ਭਇਓ। ਇਦਾਂ ਰੋਲੇ ਗੱਪੇ ਦੇ ਵਿੱਚ ਨਾ ਇਹ ਲੰਘਦਾ ਗਿਆ ਤੇ ਦੋਵੇਂ ਤਰਫੇ ਜਿਹੜਾ ਸੀ ਨਾ ਰੋਲਾ ਪੈ ਗਿਆ ਕਿ ਮਾਲੀ ਸਿੰਘ ਲੈ ਗਿਆ ਉਹ ਸੰਦੂਕੜੀ ਲੈ ਗਿਆ ਜੀ। ਕਨਈਆ ਨੇ ਕੋਦਲ ਲੜਦਾ ਆਇਓ। ਫਿਰ ਹੁਣ ਦੂਜਿਆਂ ਨੇ ਤੇ ਲੜਨ ਆਉਣਾ ਸੀ। ਹੁਣ ਕਨਈਆ ਜਿਹੜੀ ਮਿਸਲ ਸੀ ਨਾ, ਜਦੋਂ ਜੈ ਸਿੰਘ ਕਨਈਆ ਜੀ ਨੂੰ ਪਤਾ ਲੱਗਾ, ਉਹ ਫਿਰ ਦੋ ਹੱਥ ਕਰਨ ਵਾਸਤੇ ਮਾਲੀ ਸਿੰਘ ਨਾਲ ਅੱਗੇ ਹੋ ਪਏ ਹਨ ਜੀ। ਰਾਮਗੜੀਏ ਤੇ ਅੱਗੇ ਤਿਆਰ, ਤੇ ਰਾਮਗੜੀਏ ਤੇ ਅੱਗੇ ਤਿਆਰ। ਮਾਲੀ ਸਿੰਘ ਤੇ ਕਹਿੰਦਾ ਮੈਂ ਪੰਥ ਨਾਲ ਟੱਕਰਾ ਇਕੱਲਾ ਹੀ ਕਰ ਲਵਾਂਗਾ, ਇਸ ਕਰਕੇ ਅੱਗੋਂ ਉਹ ਵੀ ਤਿਆਰ ਸੀ ਜੀ। ਗੱਲ ਆਈ ਪਰ ਚੱਲਣ ਹਥਿਆਰ। ਗੱਲ ਕਿੱਥੋਂ ਤੱਕ ਪਹੁੰਚ ਗਈ ਕਿ ਭਰਾਵਾਂ ਦੇ ਸਿਰ ਹੋਣ ਜਿਹੜੇ ਸਨ ਕਲਮ ਹੋਣ ਤੱਕ ਚਲੇ ਗਏ, ਹਥਿਆਰ ਹੱਥਾਂ ਦੇ ਵਿੱਚ ਆ ਗਏ ਜੀ। ਇਹੋ ਜਿਹੇ ਯੁੱਧ ਆਪਾਂ ਆਮ ਘਰਾਂ ਦੇ ਵਿੱਚ ਵੀ ਦੇਖ ਲੈਂਦੇ। ਇਹ ਤਾਂ ਪੰਥ ਦਾ ਸੀ ਨਾ, ਪੰਥ ਦਾ ਮਸਲਾ ਸੀ। ਭਰਾ ਵੀ ਇਦਾਂ ਕੁਝ ਕਰ ਜਾਂਦੇ ਅੱਜ ਕੱਲ੍ਹ। ਆਂਦੇ ਹਥਿਆਰਾਂ ਤੱਕ ਗੱਲ ਚੱਲਣ ਦੀ ਆ ਗਈ ਹੈ ਜੀ। ਹੋਰ ਪੰਥ ਵਿਚਾਲੇ ਆਇਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਪੰਥ ਦੀ ਦੇਣ। ਜਦੋਂ ਭਰਾ ਲੜਦੇ ਹੋਣ ਤੇ ਫਿਰ ਤੀਜਾ ਜਿਹੜਾ ਹੈ ਨਾ ਉਹ ਵਿੱਚ ਆ ਕੇ ਉਹਦੀ ਸੁਲ੍ਹਾ ਕਰਾ ਦੇਵੇ। ਨਹੀਂ ਤਾਂ ਕਿਤੇ ਅੱਗ ਦੇ ਉੱਤੇ ਤੇਲ ਪੈਂਦਾ ਹੋਵੇ ਤੇ ਤੀਜਾ ਹੋਰ ਆ ਕੇ ਪਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਹੁਣ ਬਾਲੋ ਸਹੀ, ਗਵਾਂਢੀਆਂ ਘਰ ਲੱਗੀ ਹੈ, ਧੂਣੀ ਸੇਕੋ, ਲੋਹੜੀ ਤੱਕ ਸੇਕੋ, ਹਜੇ ਸਿਆਲ ਗਿਆ ਨਹੀਂ। ਤੇ ਇਦਾਂ ਬਾਬਾ ਚੜ੍ਹ ਸਿੰਘ ਜੀ ਹੁਣੀ ਜਿਹੜੇ ਨਾ, ਹਰੀ ਸਿੰਘ ਵਾਹਿਗੁਰੂ ਚੜ੍ਹ ਸਿੰਘ ਜੀ ਹੁਣੇ ਭੰਗੀ ਮਿਸਲ ਦੇ, ਉਹ ਸ਼ੁਕਰਾਚਾਰੀਆ ਮਿਸਲ ਦੇ, ਉਹ ਹੁਣ ਜਿਹੜੇ ਨੇ ਇਹਨਾਂ ਵਿੱਚ ਪੈਣ ਲੱਗੇ ਹਨ ਜੀ। ਬਾਤ ਉੱਪਰ ਬਦਲੇ ਆਇਓ। ਤੇ ਬਾਤਾਂ ਕਰਦਿਆਂ ਗੱਲਾਂ 'ਚ ਪਾਉਂਦਿਆਂ ਉਹਨਾਂ ਉਹ ਗੱਲ ਜਿਹੜੀ ਸੀ ਨਾ, ਇਹਨਾਂ ਦਾ ਮਸਲਾ ਠੰਡਾ ਕਰਦਿਆਂ ਗੱਲ ਸੰਦੂਕੜੀ ਦੇ ਉੱਤੇ ਲੈ ਆਂਦੀ ਹੈ ਜੀ। ਕਹੇ ਕਨਈਓ ਮਰ ਉਸ ਦਿਨ ਭਾਰੀ। ਕਨਈਏ ਕਹਿਣ ਲੱਗੇ ਬਾਬਾ ਚੜ੍ਹ ਸਿੰਘ ਜੀ ਸੁਣੋ, ਉਸ ਸੰਦੂਕੜੀ ਦੇ ਵਿੱਚ ਸਾਨੂੰ ਇੰਨਾ ਪਤਾ ਹੈ ਕਿ ਤੁਹਾਨੂੰ ਬਹੁਤ ਹੈ, ਉਹ ਬੜੇ ਮਾਲ ਦੇ ਨਾਲ ਭਰੀ ਹੋਈ ਸੀ ਜੀ। ਰਾਮਗੜੀਏ ਕਹੇ ਕਿਸੇ ਨਿਕਲਿਓ ਨਕਾਰੀ। ਤੇ ਮਾਲੀ ਸਿੰਘ ਫਿਰ ਮੁਕਰ ਗਿਆ। ਜੱਸਾ ਸਿੰਘ ਜੀ ਲਾਗੇ ਖਲੋਤੇ ਨੇ, ਕੀ ਬੋਲੇ ਭਰਾ ਦੇ, ਹੁਣ ਸਾਥ ਦੇ ਰਿਹਾ ਹੈ। ਮਾਲੀ ਸਿੰਘ ਕਹਿੰਦਾ ਨਹੀਂ ਚੜ੍ਹ ਸਿੰਘ ਜੀ ਇਹ ਝੂਠ ਬੋਲਦੇ ਨੇ, ਉਹ ਸੰਦੂਕੜੀ ਦੇ ਵਿੱਚੋਂ ਤਾਂ ਨਿਕਲਿਆ ਕੁੱਖ ਨਹੀਂ, ਉਹ ਤੇ ਉਦਾਂ ਹੀ ਖਾਲੀ ਸੀ, ਥੋੜਾ ਬਹੁਤ ਹੋਏਗਾ ਆਪਾਂ ਲੈ ਗਏ। ਤੇ ਇਹਨਾਂ ਨੇ ਵੀ ਰੋਲਾ ਪਾ ਲਿਆ ਹੈ ਜੀ। ਤਬ ਚੜ੍ਹ ਸਿੰਘ ਵਿੱਚ ਬਾਤਨ ਆਇਓ। ਤੇ ਫਿਰ ਜਿਹੜਾ ਬਾਬਾ ਚੜ੍ਹ ਸਿੰਘ ਜੀ ਨਾਲ ਹੁਣ ਪੰਚਾਇਤ ਦਾ ਕੰਮ ਕਰਨ ਲੱਗਾ, ਪੰਚ ਬਣ ਕੇ ਵਿੱਚ ਖਲੋ ਗਿਆ ਇਹਨਾਂ ਦੋਵਾਂ ਦੇ। ਤੇ ਗੱਲ ਕਿਤੇ ਸਿਰੇ ਤੇ ਲਾਉਣੀ ਹੈ, ਕਿਤੇ ਪੰਥ ਆਪਸ 'ਚ ਇਹਨਾਂ ਲੜ ਬੈਠੇ। ਇਸ ਕਰਕੇ ਹੁਣ ਬਾਬਾ ਚੜ੍ਹ ਸਿੰਘ ਜੀ ਇਹਨਾਂ ਦੀ ਗੱਲ ਨੂੰ ਮੁਕਾਉਣ ਲੱਗੇ ਨੇ ਤੇ ਵਿੱਚ ਆਪ ਖਲੋ ਗਏ ਆ ਕੇ ਜੀ। ਦਿਲੇ ਰਮਾਏ ਪਰ ਗੱਲੇ ਆਇਓ। ਉਹਨਾਂ ਕਿਹਾ ਕਿ ਜਿਹੜਾ ਦਿਲੇ ਰਾਮ ਦਾ ਪੁੱਤਰ ਹੈ ਨਾ ਕੈਦ ਕੀਤਾ, ਆਪਾਂ ਉਹਨੂੰ ਪੁੱਛ ਲੈਨੇ ਆ ਕਿ ਸੰਦੂਕੜੀ ਦੇ ਵਿੱਚ ਧਨ ਕਿੰਨਾ ਕੇ ਹੈ ਜੀ। ਮਾਲੀ ਸਿੰਘ ਦੇ ਦੁਸ਼ਟੀ ਆਈ। ਤੇ ਹੁਣ ਮਾਲੀ ਸਿੰਘ ਨੇ ਜਦੋਂ ਇਹ ਗੱਲ ਸੁਣੀ ਤੇ ਉਹਦੇ ਮਨ ਦੇ ਵਿੱਚ ਫਿਰ ਪਾਪ ਉੱਭਰ ਆਇਆ, ਇਹ ਤੇ ਕੰਮ ਜਿਹੜਾ ਖਰਾਬ ਹੋ ਜਾਣਾ ਹੈ। ਜੇ ਹੁਣ ਕਿਤੇ ਦਿਲੇ ਰਾਮ ਦੇ ਪੁੱਤਰ ਨੂੰ ਪੁੱਛਿਆ ਤੇ ਦਿਲੇ ਰਾਮ ਰਹਿ ਤੇ ਮਰਵਾਈ। ਤੇ ਉਹਨੇ ਦਿਲੇ ਰਾਮ ਨੂੰ ਫਿਰ ਉਦੋਂ ਮਰਵਾ ਦਿੱਤਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਥੋੜਾ ਜਿਹਾ ਹੋਰ ਅੱਗੇ ਵਿਸਥਾਰ ਹੈ, ਕਿਸ ਤਰ੍ਹਾਂ ਮਰਿਆ ਉਹ ਸੁਣੋ ਜੀ। ਭਇਓ ਜਿਮ ਗੁਰੂ ਉਚਾਰਾ। ਆਂਦੇ ਓਦਾਂ ਹੀ ਹੋ ਗਿਆ ਜਿੱਦਾਂ ਗੁਰੂ ਨੇ ਬਾਣੀ ਦੇ ਵਿੱਚ ਕਿਹਾ ਹੈ। ਤੇ ਬਾਣੀ ਵਿੱਚ ਕੀ ਕਿਹਾ ਹੈ ਉਹ ਪੰਕਤੀ ਸੁਣੋ ਜੀ। ਪਾਰ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਤੇ ਫਿਰ ਜਦੋਂ ਕੋਈ ਕਮਾਉਂਦਾ ਹੈ ਤੇ ਬਾਬਾ ਕਹਿੰਦਾ ਬਾਣੀ ਦੇ ਵਿੱਚ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ, ਜਿਉ ਮੱਥਨ ਮਧਾਣੀਆਂ ਤਿਉ ਮੱਥੈ ਧਰਮ ਰਾਏ। ਉਹਦੀ ਦਰਗਾਹ ਦੇ ਵਿੱਚ ਲੇਖਾ ਹੋਣਾ ਹੈ ਪਿਆਰਿਆ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ
छुपाए धर्म राय जब लेखा मांगे तब क्या मुख लेके जाएगा मन। इस करके राम सिमर नहीं तो की होवेगा पछताएगा, नहीं तो पछताना पवेगा। पापी ਨੂੰ ਪਾਪ ਜਿਹੜਾ ਹੈ ਬਾਣੀ ਕਹਿੰਦੀ ਪਿਆਰਾ ਲੱਗਦਾ, ਇਹਨੇ ਹੁਣ ਉਹ ਪਾਪ ਨੂੰ ਜਿਹੜਾ ਸੀ ਆਪਣੇ ਹੱਥ 'ਚ ਕਰ ਲਿਆ ਜੀ। ਇਤਨੀ ਬਾਤਨ ਉਨ ਦਿਲ ਆਈ, ਇਹ ਗੱਲਾਂ ਉਹਦੇ ਦਿਲ ਦੇ ਵਿੱਚ ਆ ਰਹੀਆਂ ਹਨ ਜੀ। ਲਾਗੇ ਕਰਨੇ ਪਾਪ ਵਧਾਈ, ਤੇ ਉਹਨੇ ਜਿਹੜਾ ਹੈ ਨਾ ਪਾਪ ਨੂੰ ਹੋਰ ਵਧਣ ਦਿੱਤਾ ਹੈ। ਮਾਲੀ ਸਿੰਘ ਕੇ ਮਚਿਤ ਆਈ, ਮਾਲੀ ਸਿੰਘ ਦੇ ਚਿੱਤ ਦੇ ਵਿੱਚ ਇਦਾਂ ਗੱਲ ਤੁਰੀ ਹੈ ਜੀ। ਮਤ ਦੇ ਰਮੀਆਂ ਦੇ ਬਤਾਈ, ਆਂਦਾ ਕਿਤੇ ਮਤ ਦਿਲੇ ਰਾਮ ਦਾ ਜਿਹੜਾ ਹੈ ਪੁੱਤਰ ਇਹਨਾਂ ਨੂੰ ਉਹ ਘਟਨਾ ਸਾਰੀ ਦੱਸ ਦਵੇ ਕਿ ਸੰਦੂਕੜੀ ਤੇ ਬੜੀ ਨਕਾ ਨਕ ਭਰੀ ਪਈ ਸੀ ਜੀ। ਧਨ ਜਾਏ ਹੋ ਪਦ ਪੀ ਜਾਏ, ਕੀ ਸੋਚਦਾ ਹੈ? ਆਂਦਾ ਏਦਾਂ ਤੇ ਧਨ ਵੀ ਚਲਾ ਜਾਵੇਗਾ ਤੇ ਇੱਜ਼ਤ ਵੀ ਆਪਣੀ ਖਰਾਬ ਹੋ ਜਾਵੇਗੀ ਜੀ। ਇਸ ਪਦ ਖਾਤਰ ਕੋ ਕਰੀਏ ਉਪਾਏ, ਇਸ ਕਰਕੇ ਇਸ ਇੱਜ਼ਤ ਨੂੰ ਬਣਾਈ ਰੱਖਣ ਵਾਸਤੇ ਕੋਈ ਬਾਹਰਲਾ ਉਪਰਾਲਾ ਕਰ ਲਈਏ ਕਿ ਧਨ ਵੀ ਰਹਿ ਜੇ ਤੇ ਇੱਜ਼ਤ ਵੀ ਬਣੀ ਰਹਿ ਜਾਵੇ ਜੀ। ਇਹ ਮੋਨ ਪਾਪਣ ਚਿਤਨ ਆਈ, ਪਰ ਉਹਨੂੰ ਆਪਣਾ ਇਹ ਕਮਾਉਂਦਾ ਹੋਇਆ ਜੋ ਪਾਪ ਸੀ ਉਹ ਚਿੱਤ ਵਿੱਚ ਨਹੀਂ ਆਇਆ ਕਿ ਮੈਂ ਪਾਪ ਕਰ ਰਿਹਾ ਹਾਂ ਜੀ। ਇਨ ਲਬ ਬਹੁਤਨ ਪਤ ਗਵਾਈ, ਇਸ ਲੱਭ ਨੇ ਤਾਂ ਅੱਜ ਦੁਨੀਆ ਦੇ ਉੱਤੇ ਪਤਾ ਨਹੀਂ ਕਿੰਨਿਆਂ ਦੀ ਇੱਜ਼ਤ ਜਿਹੜੀ ਹੈ ਉਹ ਖਰੋ ਖਵਾਰ ਕਰ ਦਿੱਤੀ ਹੈ ਜੀ। ਪਾਪ ਕਰੇ ਤੇ ਨ ਕਰ ਆਗੈ, ਇਹ ਪਾਪ ਕਰਦਾ ਹੈ ਤੇ ਏਦਾਂ ਹੋ ਗਿਆ ਜਿੱਦਾਂ ਪਾਪ ਕਰਕੇ ਇਹ ਧਨ ਘਰ ਰੱਖ ਲਵੇਗਾ, ਪਰ ਏਦਾਂ ਕਿੱਦਾਂ ਹੋ ਸਕਦਾ ਸੀ? ਪਰੈ ਨਰਕ ਕੈਸੇ ਵੰਡ ਨਾਖੈ, ਇਹ ਨਰਕ ਦੇ ਵਿੱਚ ਪਵੇਗਾ। ਐਡਾ ਵੱਡਾ ਇਹਨੇ ਪਾਪ ਜਿਹੜਾ ਹੈ ਉਹ ਕਮਾਇਆ ਹੈ ਜੀ। ਕੁਨ ਪਾਪੀ ਹੈ ਪਾਪ ਵਿਚਾਰਾ, ਏਦਾਂ ਮਨ ਦੇ ਵਿੱਚ ਆਪਣੇ ਗੱਲਾਂ ਵਿਚਾਰ ਰਿਹਾ ਹੈ ਕਿ ਮੈਂ ਪਾਪ ਕਮਾਉਣ ਲੱਗਾ ਹਾਂ। ਜੈ ਸੁਨ ਕਪਟ ਤਨ ਹੈ ਸਾਰਾ, ਤੇ ਇਹ ਜਿਹੜਾ ਹੈ ਨਾ ਗੱਲਾਂ ਆਪਣੇ ਹਿਰਦੇ ਦੀਆਂ ਸੁਣ ਕੇ ਤੇ ਇਹਦਾ ਸਰੀਰ ਜਿਹੜਾ ਕੰਬਣ ਬਹਿ ਗਿਆ ਜੀ। ਦੁਸ਼ਟ ਸਾਧਨ ਇੱਕ ਦਇਓ ਸਮਝਾਏ, ਉਸੇ ਸਮੇਂ ਇਹਨੇ ਇੱਕ ਵਿਉਂਤ ਕੱਢੀ, ਇੱਕ ਦੁਸ਼ਟ ਨੂੰ ਬੁਲਾਉਣਾ ਕੀਤਾ, ਜੋ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪੈਸਿਆਂ ਦੇ ਉੱਤੇ ਕਿਸੇ ਦਾ ਕਤਲ ਕਰਵਾਉਣ ਵਾਲਾ, ਕਰ ਦੇਣ ਵਾਲਾ ਆਦਿਕ। ਉਹਨੇ ਨਾ ਪੈਸਿਆਂ ਦੇ ਉੱਤੇ ਜਿਹੜਾ ਸੀ ਨਾ ਉਹ ਇੱਕ ਹਥਿਆਰਬੰਦ ਖੂਨੀ ਜਿਹੜਾ ਸੀ ਉਹਨੂੰ ਖਰੀਦ ਲਿਆ ਜੀ। ਮਾਰ ਦਿਲ ਰਮ ਰਹੀਏ ਤੂੰ ਕੰਗਨ ਪਾਏ, ਤੂੰ ਦਿਲੇ ਰਾਮ ਦੇ ਪੁੱਤਰ ਨੂੰ ਮਾਰ ਦੇ, ਮੈਂ ਤੈਨੂੰ ਇੱਕ ਵਧੀਆ ਕੰਗਨ ਦੇ ਦੇਵਾਂਗਾ। ਦਿਲੇ ਰਮ ਰਹੀ ਹਿਰਦੇ ਰਾਮ ਦੇਹੋ ਮਾਰ, ਤੇ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਨੂੰ ਤੂੰ ਜਿਹੜਾ ਹੈ ਨਾ ਉਹ ਮਾਰ ਦੇ ਭਈ। ਬਿਨ ਮਾਰੇ ਹੁਦ ਕੰਮ ਖੁਆਰ, ਜੇ ਨਾ ਮਾਰਿਆ ਹਿਰਦੇ ਰਾਮ ਨੂੰ ਤੇ ਫਿਰ ਕੰਮ ਜਿਹੜਾ ਹੈ ਉਹ ਖੁਆਰ ਹੋ ਜਾਵੇਗਾ ਜੀ। ਉਸ ਸਮਝਾਇਓ ਕਿਉਂ ਤਿਆਰ, ਉਹਨੇ ਇਸ ਤਰ੍ਹਾਂ ਸਮਝਾ ਕਰਕੇ ਉਸ ਕਾਤਲ ਨੂੰ ਤਿਆਰ ਕੀਤਾ ਹੈ ਜੀ। ਦਹੀਂ ਪਾਏ ਸਿਰ ਲਈ ਤਲਵਾਰ, ਤੂੰ ਉਹਨੂੰ ਮਾਰਨਾ ਕਿੱਦਾਂ ਏ? ਉਹਨੂੰ ਕਹੀਂ ਕਿ ਤੇਰਾ ਨਹਾਉਣ ਤੇ ਨਹਾਤੇ ਨੂੰ ਬੜੇ ਦਿਨ ਹੋ ਗਏ ਨੇ ਤੇ ਜਦੋਂ ਸਿਰ ਦੇ ਵਿੱਚ ਦਹੀਂ ਪਾਵੇਂਗਾ ਉਹਦੇ ਨਹਾਉਣ ਲੱਗਿਆ ਤਉ ਦਿਲ ਰਾਮ ਰਹੀਓ ਲੈ ਬੁਲਾਏ, ਤੇ ਉਦੋਂ ਤੂੰ ਉਹਨੂੰ ਜਿਹੜਾ ਹੈ ਆਪਣੇ ਕੋਲ ਬੁਲਾ ਲਵੀਂ। ਉਸ ਕੋ ਆਖਿਓ ਬਾਤ ਚਲਾਏ, ਇਸ ਤਰ੍ਹਾਂ ਫਿਰ ਉਹਨੇ ਜਿਹੜਾ ਹੈ ਨਾ ਉਹਨੂੰ ਆਪਣੇ ਕੋਲ ਬੁਲਾ ਲਿਆ ਦਿਲੇ ਰਾਮ ਦੇ ਪੁੱਤਰ ਨੂੰ, ਤੇ ਫਿਰ ਉਹਦੇ ਨਾਲ ਗੱਲਾਂ ਕਰਨ ਲੱਗਾ ਇਹ ਕਾਤਲ। ਬਹੁਤ ਦਿਵਸ ਦੇ ਨਾਤੇ ਹੋਏ, ਕਹਿੰਦਾ ਤੈਨੂੰ ਬੜੇ ਦਿਨ ਹੋ ਗਏ ਕਾਲ ਕੋਠਰੀ ਦੇ ਵਿੱਚ ਪਿਆ ਹੋਇਆ ਤੇ ਨਾਤੇ ਹੋਏ ਨੂੰ ਵੀ ਕਿੰਨੇ ਦਿਨ ਹੋ ਗਏ ਨੇ, ਇਸ ਕਰਕੇ ਮੇਰੇ ਭਰਾਵਾ ਤੇਰੀ ਜਾਨ ਤੇ ਬਖਸ਼ੀ ਜਾਣੀ ਹੈ, ਤੂੰ ਨਾਲ ਹੈ। ਨਲਾਏ ਦਿਓ ਉਨ ਪਾਸ ਖਲੋਏ, ਮੈਂ ਤੈਨੂੰ ਆਪਣੇ ਕੋਲ ਬਿਠਾ ਕਰਕੇ ਤੇਰੇ ਲਾਗੇ ਖਲੋਣਾ ਏ ਤੇ ਤੂੰ ਨਹਾ। ਨੀਵੀਂ ਗਰੀਬ ਕਰ ਦਈ ਪਰਾਇਓ, ਆਂਦੇ ਉਹਨੇ ਜਦੋਂ ਹੀ ਨਹਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਧੌਣ ਦੇ ਸਿਰ ਦੇ ਵਿੱਚ ਜਦੋਂ ਪਾਣੀ ਪਾਉਣ ਲੱਗਾ, ਸਿਰ ਤੇ ਨੀਵਾਂ ਕਰਨਾ ਸੀ, ਉਸੇ ਵੇਲੇ ਉਹਨੇ ਜਿਹੜੀ ਹੈ ਨਾ ਧੌਣ ਦੇ ਉੱਤੇ ਕਿਰਪਾਨ ਚਲਾ ਦਿੱਤੀ ਹੈ ਜੀ। ਖੈਂਚ ਤੇਗ ਉਸ ਗਲ ਲਾਇਓ, ਤੇ ਤਲਵਾਰ ਦਾ ਵਾਰ ਕਰਕੇ ਉਹਦਾ ਗਲਾ ਜਿਹੜਾ ਗਾਟਾ ਸਰੀਰ ਨਾਲੋਂ ਵੱਖ ਕਰ ਦਿੱਤਾ। ਇਦ ਕਰ ਦਿਓ ਭਜਾਏ, ਤੇ ਫਿਰ ਏਦਾਂ ਕਹਿਣ ਲੱਗਾ ਪਤਾ ਨਹੀਂ ਕੌਣ ਮਾਰ ਗਿਆ, ਪਤਾ ਨਹੀਂ ਕੌਣ ਮਾਰ ਗਿਆ ਜੀ। ਕਰਿਓ ਮਾਰ ਕੇ ਗਲ ਬਲਾਏ, ਤੇ ਇਹਨੇ ਕਹਿ ਦਿੱਤਾ ਕਿ ਪਤਾ ਨਹੀਂ ਕੌਣ ਮਾਰ ਗਿਆ। ਇਸ ਤਰ੍ਹਾਂ ਆਪਣੇ ਗਲੋਂ ਜਿਹੜਾ ਸੀ ਇਹਨੇ ਇਹ ਕੰਮ ਕਿਸੇ ਹੋਰ ਦੇ ਸਿਰ ਤੇ ਮੜ ਦਿੱਤਾ ਕਿ ਕੋਈ ਬਾਹਰੋਂ ਉਪਰਾ ਬੰਦਾ ਮਾਰ ਗਿਆ ਜੀ। ਐਸੋ ਪਾਪ ਉਨ ਬੱਜਰ ਕੀਓ, ਇਹ ਭਾਈ ਗੁਰੂ ਕੀ ਸੰਗਤ ਜੀ ਸੁਣੋ, ਮਾਇਆ ਦੀ ਖਾਤਰ ਇਦਾਂ ਦਾ ਬੱਜਰ ਪਾਪ ਜਿਹੜਾ ਸੀ ਉਹਨੇ ਕੀਤਾ ਸੀ ਜੀ। ਕਰਤ ਪਾਪ ਉਨ ਕੰਬਿਓ ਨਹੀਂ ਹੋ,
ਪਾਪ ਕਰਦੇ ਉਹਦਾ ਰੱਤਾ ਪਤੀ ਵੀ ਦਿਲ ਜਿਹੜਾ ਸੀ ਕੰਬਿਆ ਨਹੀਂ ਸੀ ਜੀ। ਜਾਤੇ ਉਨਕੋ ਕਛੂ ਨ ਰਹਿਓ। ਫਿਰ ਇਸ ਕਰਕੇ ਇਸ ਪਾਪ ਕਮਾਉਣ ਦੇ ਬਦਲੇ ਜਿਹੜਾ ਮਾਲੀ ਰਾਮ ਸੀ, ਰਾਮਗੜੀਆ ਬੰਸ ਦੇ ਵਿੱਚੋਂ ਗੁਰੂ ਕੀ ਸੰਗਤ ਜੀ, ਉਹਦੀ ਜੜ ਫਿਰ ਜਿਹੜੀ ਸੀ ਨਾ ਗਾਹ ਨਹੀਂ ਤੁਰੀ। ਉਹਦੀ ਜੜ ਜਿਹੜੀ ਸੀ ਉਹ ਮਿਟ ਗਈ। ਭਾਵ ਉਹਦਾ ਸਰਬੰਸ ਜਿੱਥੇ ਦਿਲੇ ਰਾਮ ਦਾ ਨਾਸ ਹੋਇਆ, ਉੱਥੇ ਇਹਦਾ ਵੀ ਗਾਂ ਚੱਲ ਕੇ ਜਿਹੜਾ ਬੰਸ ਨਾਸ਼ ਹੋ ਗਿਆ ਜੀ। ਧਨ ਵੀ ਗਇਓ ਉਹ ਧਰਮ ਵੀ ਗਇਓ। ਧਨ ਵੀ ਚਲਾ ਗਿਆ ਤੇ ਉਹ ਜਿਹੜਾ ਸੀ ਧਰਮ ਵੀ ਚਲਾ ਗਿਆ ਜੀ। ਵਹੀ ਮਾਲ ਚੜ ਸਿੰਕਰ ਆਇਓ। ਤੇ ਅੱਗੇ ਚੱਲ ਕੇ ਉਹ ਧਨ ਇਹਦੇ ਕੋ ਵੀ ਨਹੀਂ ਰਿਹਾ। ਜੇ ਦਿਲੇ ਰਾਮ ਕੋ ਨਹੀਂ ਰਿਹਾ ਤੇ ਮਾਲੀ ਸਿੰਘ ਕੋ ਵੀ ਨਹੀਂ ਰਿਹਾ, ਤੇ ਅੱਗੇ ਕਿਹਦੇ ਕੋ ਆਇਆ? ਉਹ ਜਿਹੜੀ ਸ਼ੁਕਰਾਚਾਰੀਆ ਮਿਸ਼ਲ ਦਾ ਸਰਦਾਰ ਸੀ ਨਾ, ਸਰਦਾਰ ਚੜ੍ਹਤ ਸਿੰਘ, ਉਹ ਧਨ ਸਾਰਾ ਜਿਹੜਾ ਸੀ ਨਾ ਉਹ ਚੜ੍ਹਤ ਸਿੰਘ ਦੇ ਕੋਲ ਆ ਗਿਆ। ਜਿਸ ਵਿੱਚ ਤੈ ਤੋ ਦਗੋ ਕਮਾਇਓ। ਜਿਹਦੇ ਵਿੱਚ ਹੁਣ ਦਗਾ ਕਮਾਇਆ ਸੀ, ਉਹ ਧਨ ਕਿੱਦਾਂ ਇਹਦੇ ਕੋਲ ਰਹਿਣਾ ਸੀ? ਸੁਨੋ ਸਿੱਖ ਗੁਰ ਸਿੱਖ ਸਿੰਘ ਪਿਆਰੇ। ਇਸ ਕਰਕੇ ਗੁਰੂ ਕੀ ਸੰਗਤ ਜੀ, ਸਿੱਖੋ ਮੇਰੇ ਪਿਆਰਿਓ, ਇਹ ਕਥਾ ਤੁਹਾਨੂੰ ਮੈਂ ਸੁਣਾਈ ਹੈ, ਤੁਸੀਂ ਸੁਣੋ। ਰਤਨ ਸਿੰਘ ਸੁਣ ਲਿਖੀ ਸੁਧਾਰੇ। ਰਤਨ ਸਿੰਘ ਨੇ ਜੋ ਸੁਣੀ ਸੀ ਉਹ ਸੁਧਾਰ ਕਰਕੇ ਤੁਹਾਨੂੰ ਸੁਣਾ ਦਿੱਤੀ ਹੈ। ਦੋਰਾ ਬਹੁਤ ਖਾਲਸਾ ਧਨ ਲਭਿਓ ਭਇਓ ਦਲਿੱਦਰ ਦੂਰ। ਇਸ ਤਰ੍ਹਾਂ ਦੇ ਕਸੂਰ ਦੀ ਧਰਤੀ ਦੇ ਉੱਤੇ ਬਹੁਤ ਧਨ ਜਿਹੜਾ ਸੀ ਖਾਲਸੇ ਨੂੰ ਮਿਲਿਆ, ਤੇ ਜਿਹਦੇ ਕਰਕੇ ਉਹਨਾਂ ਦਾ ਕਾਫੀ ਸਮਾਂ ਜਿਹੜਾ ਸੀ ਉਹ ਸ਼ੁਕਰ ਤੇ ਬਸਰ ਦੇ ਵਿੱਚ ਗੁਜ਼ਰਿਆ। ਪਰ ਕਈ ਗੱਲਾਂ ਦੇ ਕਰਕੇ ਬਹੁਤ ਕੁਝ ਹੋਇਆ, ਤੇ ਉੱਥੇ ਦਿਲੇ ਰਾਮ ਵਰਗੇ ਬੇਈਮਾਨ ਪੈਸੇ ਦੇ ਪਿੱਛੇ ਲੱਗ ਕੇ ਜਿਨ੍ਹਾਂ ਨੇ ਆਪਣਾ ਸਰਬੰਸ ਵੀ ਨਾਸ ਕਰ ਲਿਆ। ਰਾਮਗੜੀਆ ਜਿਹੜੀ ਮਿਸਲ ਸੀ ਉਹਦਾ ਵੀ ਕਾਫੀ ਨੁਕਸਾਨ ਜਿਹੜਾ ਸੀ ਉਹਨਾਂ ਸਮਿਆਂ 'ਚ ਹੋਇਆ। ਫਿਰ ਦੁਨੀਆ ਦੇ ਉੱਤੇ ਜਿਹੜਾ ਸੀ ਇਸ ਮਿਸਲ ਦੀ ਜਿਹੜੀ ਸੀ ਨਾ ਉਹ ਢਹਿੰਦੀ ਕਲਾ ਜਿਹੜੀ ਸੀ ਸ਼ੁਰੂ ਹੋ ਗਈ ਸੀ, ਇਸ ਪਾਪ ਦੇ ਕਰਕੇ। ਮੇਰੀਆਂ ਭੁੱਲਾਂ ਝੋਲੀ 'ਚ ਪਾ ਦੇਣੀਆਂ।